ਇਸ ਚੀਜ਼ ਦੇ ਫਾਇਦੇ ਕੀ ਆ ਔਰ ਨੁਕਸਾਨ ਕੀ ਆ, ਔਰ ਆਈਲੈਟਸ ਸੈਂਟਰ ਨੂੰ ਸੱਟ ਵੱਜ ਸਕਦੀ ਹੈ ਜਾਂ ਨਹੀਂ ਵੱਜ ਸਕਦੀ, ਜਾਂ ਇਨ ਫਿਊਚਰ ਇਹ ਕਿਸ ਟੈਕਨੋਲੋਜੀ ਜਿਹੜੀ ਆ ਇਹ ਕਿਸ ਤਰ੍ਹਾਂ ਦੇ ਇੱਕ ਮੋਡ ਤੇ ਸਿਨੈਰੀਓ ਨੂੰ ਬਦਲ ਸਕਦੀ ਹੈ। ਹਾਂਜੀ ਜਸਪਾਲ ਸਿੰਘ ਜੀ, ਇਹ ਦੱਸੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਚਾਰਟ ਜੀਪੀਟੀ ਆਫਟਰ ਆਲ ਹੈ ਕੀ ਹੈ? ਆਦੇਸ਼ ਜੀ, ਕਾफ़ी ज़्यादा इन्फॉर्मेशन टैक्नोलॉजी ने हुण तक तरक्की कर ली है और सब तो वड्डी जिहड़ी इस वेले काढ़ जिहड़ी है इन्फॉर्मेशन टैक्नोलॉजी के माहरां दे द्वारा की गई है वो है आर्टिफिशियल इंटैलीजेंस दे विच लैंगुएज का बैरीयर जिहड़ा हैगा उहनूं तकरीबन खत्म करन जा रहे ने। तुसीं देखिया हुण आम हुण भी तुसीं किते गूगल दे उत्ते करदे आ ते गूगल दी जिहड़ी हैगी लैंगुएज तुसीं चेंज करनी चाहुंदे आ, तुसीं कुछ पंजाबी च लिखदे आ ते गूगल उहनूं ट्रांसलेट करके तुसीं जिहड़ी भी लैंगुएज विच चाहुंदे हो ਉਹਦੇ ਵਿੱਚ ਕਨਵਰਟ ਕਰ ਦਿੰਦਾ ਤੇ ਉਹਦੇ ਇਦਾਂ ਦੀਆਂ ਜਿਹੜੀਆਂ ਹੈਗੀਆਂ ਸਹੂਲਤਾਵਾਂ ਕਾफ़ी ਜ਼ਿਆਦਾ ਇਹ ਜਿਹੜੀਆਂ ਗੂਗਲ ਨੇ ਦੇਤੀਆਂ। ਇਹ ਵੀ ਇੱਕ ਆਰਟੀਫਿਸ਼ੀਅਲ ਜਿਹੜੀ ਇੰਟੈਲੀਜੈਂਸ ਦੇ ਅੰਤਰਗਤ ਹੀ ਇਸ ਸੌਫਟਵੇਅਰ ਨੂੰ ਡਿਵੈਲਪ ਕੀਤਾ ਗਿਆ। ਤੇ ਇਸ ਤੋਂ ਇਲਾਵਾ ਤੁਸੀਂ ਅੱਗੇ ਜਾ ਕੇ ਜਿਹੜਾ ਹੈਗਾ ਭਵਿੱਖ ਦੇ ਵਿੱਚ ਮੈਂ ਜਿਹੜੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਉਹਦੇ ਵਿੱਚ ਜਿਵੇਂ ਕਿ ਟਰਾਂਸਲੇਸ਼ਨ ਵਾਲਾ ਸਿਸਟਮ ਹੈ ਗੂਗਲ ਦਾ, ਤੁਸੀਂ ਇਹਨੂੰ ਐਜ਼ ਐਗਜ਼ਾਮਪਲ ਲੈ ਕੇ ਚੱਲੋ ਤੇ ਹੁਣ ਅੱਗੇ ਆ ਗਿਆ ਜੀਪੈਟ, एक आर्टिफिशियल इंटैलीजेंस ऐप तैयार किया इन्होंने। तो अगे जीपैट आ गया। हाँ जी हाँ जी, जीपैट एक इंटैलीजेंट सॉफ्टवेयर तैयार किया गया जिन्होंने आप ऐप की फुल फॉर्म होंगी एप्लीकेशन सॉफ्टवेयर एक तैयार किया गया और ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਤੋਂ ਜੋ ਮਰਜ਼ੀ ਪੁੱਛ ਲਓ ਤੁਹਾਨੂੰ ਉਹ ਜਵਾਬ ਦੇ ਦਿੰਦਾ। ਬੇਸਿਕਲੀ ਕੀ ਹੈਗਾ ਕਿ ਬੜੇ ਟੈਕਨੀਕਸ ਦੇ ਨਾਲ ਬਹੁਤ ਸਾਰੀਆਂ ਟੈਕਨੀਕਸ ਦਾ ਇਸਤੇਮਾਲ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡਾਟਾ और यदि प्रोग्रामिंग की गई है कि तुहाडा कोई भी सवाल का जवाब देने के लिए वो सक्षम हो गया। अजकल वैसे भी टैक्नोलॉजी जी जे असीं कहीए तो इलैक्ट्रॉनिक टैक्नोलॉजी भी बहुत ज़्यादा एडवांस हो गई है, स्टोरेज टैक्नोलॉजी एडवांस हो गई है, फिर जी हैगी कम्यूनीकेशन टैक्नोलॉजी भी बहुत ज़्यादा एडवांस हो चुकी है। 5G 6G 7G पता नहीं कित्थे कित्थे तक पहुँच जानी हैगी और इन्नी ज़्यादा स्पीड दे नाल कम्यूनीकेशन होनी शुरू हो जानी है कि भविख विच जिहड़ी ये भी आस की जा रही है जो टैकनीक्स इस्तेमाल कीतियां जा रही ने कि जिवें हुण एक उदाहरण के तौर के उत्ते लैंदे आ कि तुसीं कोई इंग्लिश दे विच टाइप कीता, तुसीं चाहुंदे इहनूं पंजाबी दे विच असीं वेखना चाहुंदे आ ते सॉफ्टवेयर अवेलेबल हो गया कि वह पंजाबी च कन्वर्ट, तुसीं जिहड़ी मर्जी लैंगुएज तुसीं चाइनीज़ कर लो, किसी विच भी कर लो। फिर ऐदां दे सॉफ्टवेयर भी तैयार हो चुके हैगे आ कि तुसीं कुछ टाइप कीता वो कोई पिछों आवाज़ किसी बंदे दी जनानी दी सैट कर लो वो बोल दिंदे आ सारे। अज खबरां कई जिहड़े हैगे आ जिहड़े न्यूज़ चैनल्स हैगे ने उस तरीके दे नाल जिहड़ियां इहदे विच मैं भी दर्शकां नूं दसना चाहना कि क्योंकि मैं ये तो जानकारी सानूं देई जाणगे AI दी और आर्टिफिशियल इंटैलीजेंस दी, मैं भी दसना चाहना एज ए मीडिया परसन ਜਾਂ एज ए जर्नलिस्ट ਵੀ ਇਹੋ ਜਿਹੇ ਟੀਵੀ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਟੀਵੀ ਦੇ ਉੱਤੇ ਐਂਕਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਜਸਟ ਉਹਨਾਂ ਦੀ ਫੋਟੋ ਪੇਸਟ ਕਰਦੇ ਆ ਔਰ ਪਿੱਛੋਂ ਆਪਣੀ ਆਵਾਜ਼ ਚਲਾਉਂਦੇ ਆ, ਲੇਕਿਨ ਜਿਹੜਾ ਚਿਹਰਾ ਹੈ ਅਸਲ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਬੰਦਾ ਜਿਹੜਾ ਬੈਠਾ ਨਿਊਜ਼ ਪੜ੍ਹ ਰਿਹਾ ਜਾਂ ਐਂਕਰ ਪੜ੍ਹ ਰਹੀ ਹੈ ਉਹ ਅਸਲੀ ਹੈ ਜਾਂ ਨਕਲੀ ਹੈ। ਉਹ ਲਿਪ ਵਰਤੀ ਹੋ ਰਿਹਾ, ਉਹ ਲਿਪ ਵਰਤੀ ਹੋ ਰਿਹਾ, ਲਿਪ ਹਿੱਲ ਰਹੇ ਆ ਜਾਂ ਜਿੱਦਾਂ ਮੇਰੇ ਹੱਥ ਹਿੱਲ ਰਹੇ ਆ ਉਹ ਇਸ ਤਰ੍ਹਾਂ ਇੱਕ ਖਾਸ ਮੂਮੈਂਟ 'ਚ ਹਿਲਦੇ ਆ ਔਰ ਪਿੱਛੇ ਉਹ ਵੀਡੀਓ ਚਲਾ ਲੈਂਦੇ ਆ ਔਰ ਸਾਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੀ ਕਮਾਲ ਆ। ਔਰ ਉਹ ਲਗਭਗ ਨਿਊਜ਼ ਰੀਡਰ ਦੀ ਵੀ ਆਉਣ ਵਾਲੇ ਹਿਸਾਬ ਨਾਲ ਛੁੱਟੀ ਹੋ ਜਾਣੀ ਆ ਨਿਊਜ਼ ਐਂਕਰਾਂ ਦੀ। ਨਿਊਜ਼ ਰੀਡਰ ਚਲੋ ਰਹੇਗਾ ਨਿਊਜ਼ ਰੀਡਰ, ਬਟ ਜਿਹੜੇ ਐਂਕਰ ਆ ਉਹ ਜੇ ਜਸਪਾਲ ਉਹਨਾਂ ਦੀ ਮੰਨੀਏ ਤਾਂ ਫਿਰ ਆਉਣ ਵਾਲੇ ਹਿਸਾਬ ਨਾਲ ਇਹ ਵੀ ਮੁੱਕਣਗੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਆ। ਹਾਂਜੀ ਹਾਂਜੀ, ਇੱਕ ਲੈਕਚਰਰ ਹੈ, ਕੋਈ ਪ੍ਰੋਫੈਸਰ ਹੈ, ਉਹ ਮੰਨ ਲਓ ਕਿ ਉਹਨੂੰ ਪੰਜਾਬੀ ਲੈਂਗੁਏਜ ਹੀ ਆਉਂਦੀ ਹੈ, ਸ਼ੁੱਧ ਪੰਜਾਬੀ ਲੈਂਗੁਏਜ, ਔਰ ਉਹਦੇ ਕੋਲ ਬਹੁਤ ਸਾਰੇ ਜਿਹੜੇ ਵੱਖ-ਵੱਖ ਸਟੇਟਸ ਤੋਂ ਵੱਖ-ਵੱਖ ਕੰਟਰੀਜ਼ ਤੋਂ ਜਿਹੜੇ ਹੈਗੇ ਆ ਵੱਖ-ਵੱਖ ਲੈਂਗੁਏਜ ਦੀ ਨੌਲੇਜ ਰੱਖਣ ਵਾਲੇ ਜਿਹੜੇ ਵਿਦਿਆਰਥੀ ਆ ਕੇ ਪੜ੍ਹਨ ਆ ਜਾਂਦੇ ਨੇ। ਉਹ ਲੈਕਚਰ ਦੇ ਰਿਹਾ ਆ, ਉਹਦੇ ਕੋਲ ਇੱਕ ਇਹੋ ਜਿਹੀ ਡਿਵਾਈਸ ਹੋਵੇ, ਹੈੱਡਫੋਨ ਹੋਵੇ, ਬੱਚਿਆਂ ਦੇ ਕੋਲ ਵੀ ਇੱਕ ਹੈੱਡਫੋਨ ਹੋਵੇ, ਬਲੂਟੁੱਥ ਨਾਲ ਜਾਂ ਕਿਸੇ ਵੀ ਹੋਰ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਨਾਲ ਇੱਕ ਐਪ ਦੇ ਨਾਲ ਉਹ ਕਨੈਕਟਡ ਹੋਣ ਤੇ ਉਹਨਾਂ ਨੇ ਆਪਣੀ ਲੈਂਗੁਏਜ ਆਪਣੀ ਲੈਂਗੁਏਜ ਸੈੱਟ ਕਰ ਲੈਣ ਕਿ ਮੈਨੂੰ ਤਾਂ ਮਰਾਠੀ ਆਉਂਦੀ ਹੈ, ਮੈਨੂੰ ਫਰੈਂਚ ਆਉਂਦੀ ਹੈ, ਮੈਨੂੰ ਫਲਾਨੀ ਆਉਂਦੀ, ਮੈਨੂੰ ਆਹ ਲੈਂਗੁਏਜ ਆਉਂਦੀ, ਆਪਣੀ ਉਹ ਲੈਂਗੁਏਜ ਸੈੱਟ ਕਰ ਲੈਂਦੇ ਹੈਗੇ ਆ ਤੇ ਉਹਦੀ ਕਨਵਰਸ਼ਨ ਜਿਹੜਾ ਹੈਗਾ ਲੈਕਚਰਰ ਸੈੱਟ ਕਰ ਰਿਹਾ ਹੈਗਾ ਕਿ ਮੈਂ ਪੰਜਾਬੀ ਦੇ ਵਿੱਚ ਹੀ ਸਾਰਾ ਲੈਕਚਰ ਦੇਣਾ ਆ। ਉਹ ਆਪਣੇ ਉੱਤੇ ਪੰਜਾਬੀ ਦੇ ਵਿੱਚ ਬੋਲ ਰਿਹਾ, ਉਹਨਾਂ ਨੇ ਪੰਜਾਬੀ ਟੂ ਕਨਵਰਟ ਆਟੋਮੈਟਿਕਲੀ ਕਨਵਰਟ ਹੋ ਕੇ ਉਹਨਾਂ ਦੇ ਹੈੱਡਫੋਨ ਤੱਕ ਜਿਹੜੀ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਜਿਹੜੀ ਹੈ ਉਹ ਲੈਕਚਰ ਪਹੁੰਚੇਗਾ ਉਹਨਾਂ ਦੇ ਦਿਮਾਗ ਤੱਕ ਹੈੱਡਫੋਨ ਦੇ ਥਰੂ ਔਰ ਉਹ ਉਹਨੂੰ ਸਮਝ ਲੈਣਗੇ। ਤੇ ਜੇ ਇਹੋ ਜਿਹੀ ਇੰਟੈਲੀਜੈਂਸ ਟੈਕਨੀਕ ਆ ਗਈ
ਤੇ ਤੁਸੀਂ ਸੋਚੋ ਕਿ ਫਿਰ ਆਇਲਟਸ ਦੀ ਲੋੜ ਕਾਹਦੇ ਲਈ ਰਹਿ ਜਾਏਗੀ, ਜਾਂ ਟੋਫਲ ਜਾਂ ਹੋਰ ਕਈ ਫੋਰਨ ਦੀਆਂ ਕੰਟਰੀਆਂ ਆਇਲਟਸ, ਟੋਫਲ, ਪੀਟੀ, ਹੋਰ ਕਈ ਤਰੀਕਿਆਂ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਪੈਸਾ ਇੱਥੋਂ ਦੇਸ਼ ਤੋਂ ਸਾਡੇ ਤੋਂ ਲੈ ਰਹੀਆਂ ਨੇ। ਤੇ ਜਸਪਾਲ ਜੀ, ਸਾਡੇ ਮੈਂ ਵਿਦਿਆਰਥੀ ਇੱਕ ਬੜੀ ਹੋਰ ਵੀ- ਮਿਹਨਤ ਕਰਦੇ ਆ, ਔਰ ਉਹ ਇਸ ਆਈਲੈਟਸ ਨੂੰ ਆਪਣੀ ਕੁਆਲੀਫਿਕੇਸ਼ਨ ਸਮਝਣ ਦੀ ਕੋਸ਼ਿਸ਼ ਕਰਦੇ ਪਏ ਨੇ ਤੁਹਾਨੂੰ ਬੱਚੇ। ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਿਹੜੇ ਯੂਰਪੀਅਨ ਕੰਟਰੀ ਆ, ਜਿਹੜੀ ਇੰਗਲਿਸ਼ ਯੂਰਪੀਅਨ ਜਾਂ ਕੋਈ ਵੀ ਇੰਗਲਿਸ਼ ਸਪੀਕਿੰਗ ਕੰਟਰੀ, ਕਿਸੇ ਵੀ ਲੈਂਗੁਏਜ ਦੀਆਂ, ਉਹ ਫਿਰ ਉਹ ਕੈਨਸਲ ਕਰ ਸਕਦੇ? ਹਾਂਜੀ ਹਾਂਜੀ, ਉਹਨਾਂ ਨੂੰ ਕਰਨਾ ਪੈਣਾ ਮਜ਼ਦੂਰ। ਉਹਨਾਂ ਦਾ ਲੈਕਚਰ ਉੱਥੇ ਵੀ ਤਾਂ ਟੈਕਨੀਕ ਸੇਮ ਹੀ ਜਾਏਗੀ, ਉਹ ਤਾਂ ਸਾਡੇ ਤੋਂ ਕਿਤੇ ਜ਼ਿਆਦਾ ਐਡਵਾਂਸ ਸੋਚਦੀਆਂ ਹੋਣਗੀਆਂ। ਫਿਰ ਉਹਨਾਂ ਨੇ ਕਿਸੇ ਟਾਈਮ ਵੀ ਜਿਹੜਾ ਹੈਗਾ ਉਹ ਕਹਿਣਗੇ ਵੀ ਭਾਈ ਸਾਨੂੰ ਹੁਣ ਤੁਹਾਡੀ ਇੰਗਲਿਸ਼ ਸਪੀਕਿੰਗ ਦੀ ਲੋੜ ਨਹੀਂ ਹੈਗੀ, ਇੰਗਲਿਸ਼ ਟੈਸਟ ਦੀ ਲੋੜ ਨਹੀਂ ਹੈਗੀ, ਤੁਹਾਨੂੰ ਜਿਹੜੀ ਲੈਂਗੁਏਜ ਆਉਂਦੀ ਆ ਜਾਏਗੀ, ਕੋਈ ਗੱਲ ਨਹੀਂ, ਤੁਸੀਂ ਆਓ ਸਾਡੀ ਕੰਟਰੀ ਦੇ ਵਿੱਚ ਆ ਕੇ ਪੜ੍ਹੋ, ਅਸੀਂ ਤੁਹਾਨੂੰ ਜਿਹੜਾ ਲੈਕਚਰ ਡਿਲੀਵਰ ਤੁਹਾਡੀ ਲੈਂਗੁਏਜ ਦੇ ਵਿੱਚ ਕਰਾਂਗੇ। ਉਹ ਕਿਵੇਂ ਕਰਨਗੇ? ਨੈਚੁਰਲੀ ਆ, ਉਹਨਾਂ ਦਾ ਜਿਹੜੀ ਮਰਜ਼ੀ ਲੈਂਗੁਏਜ ਦਾ ਜਿਹੜਾ ਹੈਗਾ ਲੈਕਚਰਰ ਹੋਏਗਾ, ਉਹ ਸੈਟਿੰਗ ਇਸ ਤਰੀਕੇ ਦੇ ਨਾਲ ਕਰ ਲਏਗਾ ਔਰ ਉਹ ਲੈਕਚਰ ਦੇਏਗਾ, ਔਰ ਬੱਚੇ ਦੇ ਕੰਨਾਂ ਤੱਕ ਉਹਦੀ ਆਪਣੀ ਭਾਸ਼ਾ ਦੇ ਵਿੱਚ ਚੱਲ ਜਾਏਗਾ। ਮੇਨ ਚੀਜ਼ ਤਾਂ ਉਹ ਪੜ੍ਹਨਾ ਹੀ ਆ, ਉਹਨੂੰ ਸਟੱਡੀ ਕਰਨਾ ਆ ਟੈਕਨੀਕ ਨੂੰ, ਠੀਕ ਹੈ ਨਾ। ਜਿਹਨੂੰ ਵੀ ਪੜ੍ਹਨ ਜਾ ਰਹੇ ਹੈਗੇ ਆ, ਉਹ ਜਿਸਲੇ ਉਹ ਸਮਝ ਆ ਜਾਂਦੀ, ਹੁਣ ਛੋਟੀ ਛੋਟੀ ਗੱਲਾਂ ਰਹਿ ਜਾਂਦੀਆਂ ਹੈਗੀਆਂ ਅੱਗੇ ਭਵਿੱਖ ਦੇ, ਉਹ ਗੱਲ ਅਗਲਾ ਮੁੱਦਾ ਉਠਾਇਆ ਜਾ ਸਕਦਾ। ਠੀਕ ਹੈ, ਪੜ੍ਹ ਤਾਂ ਲੈਣਗੇ ਇਸ ਤਰੀਕੇ ਦੇ ਨਾਲ ਕਿ ਲੈਂਗੁਏਜ ਕਨਵਰਸ਼ਨ ਦੇ ਨਾਲ ਇਹ ਬੈਰੀਅਰ ਖਤਮ ਹੋ ਜਾਏਗਾ, ਬਟ ਪਬਲਿਕ ਦੇ ਵਿੱਚ ਕਿਵੇਂ ਉਹ ਵਿਚਰਨਗੇ? ਆਈਟੀ ਇੰਨੀ ਕਿ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਪਬਲਿਕ ਹੁਣ ਸਾਰਿਆਂ ਕੋਲ ਤਾਂ ਮੋਬਾਈਲ ਆ, ਨਿੱਕੇ ਨਿੱਕੇ ਨਿਆਣਿਆਂ ਦੇ ਕੋਲ ਮੋਬਾਈਲ ਆ। ਉਹ ਮੋਬਾਈਲ ਟੈਕਨੋਲੋਜੀ ਦੇ ਨਾਲ ਹਰੇਕ ਤੱਕ ਹੀ ਜਿਹੜੀ ਹੈਗੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਐਪਸ ਦੇ ਦੁਆਰਾ ਇਹ ਕਨਵਰਸ਼ਨ ਜਿਹੜੀ ਹੈਗੀ ਆ ਲੈਂਗੁਏਜ ਕਨਵਰਸ਼ਨ ਪਹੁੰਚਾਈ ਜਾ ਸਕਦੀ ਹੈ। ਉਹਨੂੰ ਇੱਕ ਬਲੂਟੁੱਥ ਜਾਂ ਲਾਉਣਗੇ ਕੰਨ ਨੂੰ ਤੇ ਅਗਲੇ ਦੀ ਗੱਲ ਮਿੰਟਾਂ 'ਚ ਸਮਝ ਲੈਣੀ ਉਹਨਾਂ ਨੇ। ਤੇ ਫਿਰ ਉੱਥੇ ਬੈਰੀਅਰ ਕਿੱਥੇ ਰਹਿ ਗਿਆ ਲੈਂਗੁਏਜ ਦਾ? ਵਰਡ ਲੈਵਲ ਦੇ ਉੱਤੇ ਕੋਈ ਬੈਰੀਅਰ ਹੀ ਨਹੀਂ ਰਹਿ ਜਾਣਾ ਲੈਂਗੁਏਜ ਦਾ ਕਿ ਕਿਹੜੀ ਲੈਂਗੁਏਜ ਤੁਹਾਨੂੰ ਆਉਂਦੀ ਹੈ, ਕਿਹੜੀ ਨਹੀਂ ਆਉਂਦੀ। ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਪੜ੍ਹਾਈ ਵਾਸਤੇ ਜਾ ਸਕਦੇ ਆ ਵਿਦਆਊਟ ਐਨੀ ਟੈਸਟ। ਕੋਈ ਇੱਦਾਂ ਦਾ ਲੈਂਗੁਏਜ ਟੈਸਟ ਨਹੀਂ ਹੋਏਗਾ। ਉਹ ਕੋਈ ਤਰੀਕਾ ਅਪਣਾ ਲੈਣ, ਉਹ ਪੈਸੇ ਪੂਸੇ ਇਕੱਠੇ ਕਰਨ ਦਾ ਜਾਂ ਬੱਚੇ ਨੂੰ ਇਵੈਲੂਏਟ ਕਰਨ ਦਾ, ਦੈਟ ਦਾ ਡਿਫਰੈਂਟ ਥਿੰਗ। ਉਹ ਕੰਟਰੀਆਂ ਕੀ ਕਰਦੀਆਂ ਭਵਿੱਖ ਵਿੱਚ। ਪਰ ਮੇਰੇ ਮੁਤਾਬਿਕ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਇੱਦਾਂ ਦੇ ਜਿਹੜੇ ਟੈਸਟਿੰਗ ਸੈਂਟਰ ਹੈ ਆਇਲਟਸ ਦੇ, ਟੋਫਲ ਦੇ, ਪੀਟੀਈ ਵਗੈਰਾ ਵਗੈਰਾ ਵਗੈਰਾ, ਹੋ ਸਕਦਾ ਆ ਕਿ ਇਹ ਬੰਦ ਹੋ ਜਾਣ। ਅੱਛਾ ਜੀ, ਮਤਲਬ ਕਹਿਣ ਦਾ ਕਿ ਇੰਡੀਆ ਦੇ ਵਿੱਚ ਵੀ ਜਿੱਦਾਂ ਹਰ ਸ਼ਹਿਰ ਦੇ ਵਿੱਚ, ਹੁਣ ਡਿਸਟ੍ਰਿਕਟ ਲੈਵਲ ਤੇ ਪਹਿਲਾਂ ਸੀ, ਹੁਣ ਸ਼ਹਿਰ ਦੇ ਵਿੱਚ ਹੋ ਗਏ। ਹੁਣ ਸ਼ਹਿਰ ਦੇ ਹਰ ਗਲੀ ਮੁਹੱਲੇ ਤੇ ਲੋਕਾਂ ਨੇ, ਤੁਸੀਂ ਦੇਖਿਆ ਹੋਊਗਾ ਕਿ ਯੂਨੀਵਰਸਿਟੀਆਂ ਛੱਡਤੀਆਂ, ਕਾਲਜ ਛੱਡ ਦਿੱਤੇ, ਖਾਲੀ ਹੋ ਰਿਹਾ। ਬਿਲਕੁਲ ਬਿਲਕੁਲ, ਸਾਰੇ ਹੀ ਆਈਲੈਟਸ ਵਾਲੇ ਪਾਸੇ ਸਰ ਤੁਰੇ ਹੋਏ ਸੀ। ਔਰ ਇਹਦਾ ਮਤਲਬ ਜਸਪਾਲ ਜੀ, ਇਹਨਾਂ ਨੂੰ ਵੀ ਜਿਹੜੀ ਆਈਲੈਟਸ ਟੋਫਲ ਇੰਡਸਟਰੀ ਆਮ ਬੰਦੇ ਲੁੱਟ-ਖਸੁੱਟ ਕਰਨ ਲਈ ਵੀ ਖੋਲ ਕੇ ਬੈਠੇ ਆ। ਇਹਦਾ ਮਤਲਬ ਇੱਥੇ ਵੀ ਕਾਫੀ ਵੱਡੀ ਸੱਟ ਇਹਨਾਂ ਸੈਂਟਰ ਸਰ ਬੱਚਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਆਇਲਟਸ ਜਾਂ ਟੋਫਲ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਹੈ ਜਾਂ ਕੀ ਚੀਜ਼ ਹੈ। ਕਿਸੇ ਨੂੰ ਰਿਜ਼ਿਊਮ ਜਦੋਂ ਜਮ੍ਹਾਂ ਕਰਾਉਂਦੇ ਆ ਨਾ, ਕਿਤੇ ਮੇਰੇ ਕੋਲ ਵੀ ਕਈ ਵਾਰੀ ਕਈ ਰਿਜ਼ਿਊਮ ਆਉਂਦੇ ਆ ਤਾਂ ਰਿਜ਼ਿਊਮ 'ਚ ਸਪੈਸ਼ਲੀ ਮੋਟਾ ਜਿਹਾ ਕਰਕੇ ਲਿਖਦੇ ਆ ਬੱਚੇ, ਮੇਰੇ ਕੋਲ ਆਇਲਟਸ ਦੇ 7 ਬੈਂਡ ਆਏ ਹੋ ਆ ਜੀ। ਅੱਛਾ, ਉਹ ਫਿਰ ਕਿਤੇ ਵੀ ਜਾਂਦੇ ਆ, ਉਹ ਹਰ ਬੱਚਾ ਉਹਦੇ ਵਿੱਚ ਡਿਜ਼ਾਇਰ ਬਾਹਰ ਜਾਣ ਦੀ ਆ, ਇੱਛਾ ਬਾਹਰ ਜਾਣ ਦੀ, ਜਵਾਬ ਬਾਹਰ ਜਾ ਕੇ ਕੀ ਕਰਦਾ ਕੀ ਨਹੀਂ ਕਰਦਾ ਉਹ ਦੱਸਦਾ, ਉਹ ਵੱਖਰੀ ਚੀਜ਼ ਹੈਗੀ ਆ। ਪਰ ਇਸ ਵੇਲੇ ਹਾਲਾਤ ਇਹੋ ਜਿਹੇ ਪੈਦਾ ਹੋ ਚੁੱਕੇ ਆ ਕਿ ਆਇਲਸ ਵੱਲ ਨੂੰ ਧਿਆਨ ਦੇਣ ਕਰਕੇ ਇਹਨਾਂ ਦਾ ਜਾਂ ਹੋਰ ਇਹਨਾਂ ਦੇ ਇੰਗਲਿਸ਼ ਟੈਸਟਾਂ ਦੇ ਵਿੱਚ ਅੰਤਾਂ ਦਾ ਪੈਸਾ ਬਰਬਾਦ ਕਰਦੇ ਆ। ਪਤਾ ਨਹੀਂ ਕਿੰਨੇ 16-17 ਹਜ਼ਾਰ ਰੁਪਈਏ ਦਾ ਟੈਸਟਿੰਗ ਫੀਸ ਹੀ ਦੇ ਦਿੰਦੇ ਆ। ਬਾਕੀ ਜਿਹੜੇ ਉਹਨੂੰ ਲਰਨ ਕਰਨ ਵਾਸਤੇ ਪੈਸਾ ਬਰਬਾਦ ਕਰਦੇ ਉਹ ਵੱਖਰਾ ਕਰਦੇ। ਚਲੋ ਉਹ ਤਾਂ ਸਾਡੇ ਆਪਣੇ ਜਿਹੜੇ ਇੰਡੀਆ 'ਚ ਹੀ ਰਹਿ ਜਾਂਦਾ ਪੈਸਾ, ਉਹ ਸਾਡੇ ਕੋਈ ਨੂੰ ਰੁਜ਼ਗਾਰ ਮਿਲਿਆ ਹੋਇਆ ਆਇਲਟਸ ਪੜ੍ਹਾਉਣ ਦਾ, ਉਹ ਵੱਖਰੀ ਗੱਲ ਹੈਗੀ ਆ। ਪਰੰਤੂ ਜਿਹੜਾ ਆਪਣਾ ਕਿੰਨਾ ਹੀ ਸਮਾਂ ਇਸ ਪਾਸੇ ਨੂੰ ਬਰਬਾਦ ਕਰਕੇ ਪੜ੍ਹਾਈਆਂ ਛੱਡ ਦਿੱਤੀਆਂ ਬੱਚਿਆਂ ਨੇ, ਜਿਹੜੀ ਐਕਚੁਅਲ ਦੇ ਵਿੱਚ ਉਹਨਾਂ ਦੇ ਕੰਮ ਆਉਣੀ ਸੀਗੀ, ਸਾਡੇ ਖਾਸ ਕਰਕੇ ਪੰਜਾਬ ਵਾਲਿਆਂ ਨੇ। ਤੇ ਤੁਸੀਂ ਦੇਖਿਆ ਹੀ ਹੋਣਾ ਕਿ ਆਈਐਸ ਆਫੀਸਰ ਜਿਹੜੇ ਹੈਗੇ ਆ ਹੋਰ ਸਟੇਟਾਂ 'ਚੋਂ ਜ਼ਿਆਦਾ ਬਣਦੇ ਪਏ ਆ। ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਭਵਿੱਖ ਦੇ ਵਿੱਚ ਕੋਈ ਇੱਦਾਂ ਦਾ ਰਹਿਣਾ ਹੀ ਨਹੀਂ, ਕੋਈ ਟੈਸਟ ਦੇਣ ਵਾਲਾ, ਕੋਈ ਉੱਚੀ ਪੜ੍ਹਾਈ ਕਰਨ ਵਾਲਾ ਨਹੀਂ ਰਹਿਣਾ, ਕੋਈ ਰਹਿ ਜਾਏਗਾ। ਤੇ ਉਸ ਪਾਸੇ ਨੂੰ ਧਿਆਨ ਬੱਚਿਆਂ ਦਾ ਹੈ ਨਹੀਂ ਕਿਸੇ ਨੂੰ ਵੀ। ਤੇ ਉਹ ਸਿਰਫ ਇੱਕ ਲੈਂਗੁਏਜ ਜਿਹੜੀ ਹੈਗੀ ਆ ਉਹਦੀ ਲਰਨਿੰਗ ਵਾਲੇ ਪਾਸੇ, ਉਹਦੀ ਟੈਸਟਿੰਗ ਵਾਲੇ ਪਾਸੇ ਦੌੜੇ ਹੋਏ ਆ। ਤੇ ਭਵਿੱਖ ਦੇ ਵਿੱਚ ਤੇ ਜਿਹੜੇ ਹੈਗੀ ਆ ਇਹਦੇ ਵਿੱਚ ਜਿਹੜਾ ਹੈਗਾ ਆ ਪ੍ਰਸ਼ਨ ਚਿੰਨ੍ਹ ਜਿਹੜੇ ਹੈਗੇ ਆ ਲੱਗ ਸਕਦੇ ਹੈਗੇ ਆ, ਜੇ ਅੱਗੇ ਵੀ ਇਹਨਾਂ ਨੇ ਜਾਰੀ ਰੱਖੇ ਬਾਹਰਲੀਆਂ ਕੰਟਰੀਆਂ ਨੇ ਇਹੋ ਜਿਹੇ ਅਸੈਸਮੈਂਟ ਸਿਸਟਮ ਇੰਗਲਿਸ਼ ਲਰਨਿੰਗ ਦਾ। ਤੇ ਉਹਦੇ 'ਤੇ ਸਵਾਲ ਜ਼ਰੂਰ ਉੱਠਣਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤਕਰੀਬਨ ਜਿਹੜਾ ਹੈਗਾ ਸਾਰਾ ਬੈਰੀਅਰ ਹੀ ਖ਼ਤਮ ਕਰਤਾ ਆ, ਔਰ ਸ਼ਾਇਦ ਜਲਦੀ ਤੋਂ ਜਲਦੀ ਇਹ ਬਾਹਰਲੀਆਂ ਕੰਟਰੀਆਂ ਇਹੋ ਜਿਹੇ ਡਿਸੀਜ਼ਨ ਜਿਹੜੇ ਲੈ ਲੈਣਗੀਆਂ। ਮੇਰੇ ਖਿਆਲ ਇੱਕ ਅੱਧੇ ਕੰਟਰੀ ਨੇ ਜੇ ਇਹਦੀ ਸ਼ੁਰੂਆਤ ਕੀਤੀ, ਹਾਂਜੀ, ਕੋਈ ਕੈਨੇਡਾ ਕਰ ਲੇ ਜਾਂ ਅਮਰੀਕਾ ਕਰ ਲੇ ਜਾਂ ਆਸਟ੍ਰੇਲੀਆ ਕਰ ਲੇ, ਜਾਂ ਕੋਈ ਵੀ ਜੇ ਕਿਸੇ ਨੇ ਇੱਕ ਨੇ ਕੀਤੀ, ਹਾਂਜੀ, ਤੇ ਫਿਰ ਮਗਰ ਉਹ ਦੇਖਦੇ ਆ ਵੀ ਯਾਰ, ਕਿਉਂਕਿ ਉਹ ਯੂਰਪੀਅਨ ਕੰਟਰੀਆਂ ਦੀ ਖਾਸੀਅਤ ਵੀ ਹੈ ਹਾਂਜੀ, ਕਿ ਉਹ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਉਹਨੂੰ ਜਲਦੀ ਅਪਣਾਉਣ ਦੀ ਕੋਸ਼ਿਸ਼ ਕਰਦੇ
ਸਕਦੀਆਂ ਜਾਂ ਜਿਹਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਜਾਂ ਮੋਟਿਵ ਹੋਵੇ ਹਾਂਜੀ ਤੇ ਇਹਦੇ ਨਾਲ ਸਾਨੂੰ એનર્ਜੀ ਜਿਹੜੀ ਵੇਸਟ ਆ ਰਹੀ ਹੈ। ਬਿਲਕੁਲ ਜੀ ਤੇ ਬਿਲਕੁਲ ਬੰਦੇ ਹੋਰ ਰੱਖਣੇ ਪੈਂਦੇ, ਉਹ ਵੈਲਿਊਏਟ ਕਰ ਰਹੇ ਆ ਕਿ ਇਹਦੀ ਇੰਗਲਿਸ਼ ਠੀਕ ਹੈ, ਹਾਂਜੀ ਕਮਿਊਨੀਕੇਸ਼ਨ ਠੀਕ ਹੈ ਜਾਂ ਹਾਂਜੀ। ਨਹੀਂ ਹੈ। ਜਦ ਬੈਰੀਅਰ ਹੀ ਲੈਂਗੁਏਜ ਬੈਰੀਅਰ ਹੀ ਖਤਮ ਹੋ ਜਾਣਾ ਤੇ ਫਿਰ ਰਹਿ ਕੀ ਗਿਆ। ਤਾਂ ਇਹ ਤਾਂ ਉਹਨਾਂ ਦਾ ਕੰਮ ਚੱਲੀ ਜਾਣਾ, ਉਹਨਾਂ ਦੀ ਇੰਡਸਟਰੀ ਵੀ ਚੱਲੀ ਜਾਣੀ ਹੈਗੀ, ਉਹਨਾਂ ਦਾ ਸਾਰਾ ਕੁਝ ਚੱਲੀ ਜਾਣਾ। ਉਹਨਾਂ ਨੂੰ ਸਕਿਲਡ ਪਰਸਨ ਦੀ ਲੋੜ ਆ, ਉਹ ਕੀ ਕਰ ਰਹੇ ਆ ਇਸ ਵੇਲੇ ਆਪਣੀ ਕੰਟਰੀ 'ਚ ਸੱਦ ਕੇ ਉਹਨਾਂ ਨੂੰ ਸਕਿਲਡ ਕਰਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਆਪਣੇ ਮੁਤਾਬਕ ਸਕਿਲਡ ਕਰਾਂਗੇ ਇਹਨਾਂ ਨੂੰ ਤੇ ਫਿਰ ਅਸੀਂ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਾਂਗੇ ਬੱਚਿਆਂ ਨੂੰ। ਤੇ ਚਲੋ ਬੱਚੇ ਵੀ ਇਸ ਲਾਲਚ ਚੱਲ ਜਾਂਦੇ ਵੀ ਚੱਲ ਬਿਹਤਰ ਭਵਿੱਖ ਹੈਗਾ ਉਹਨਾਂ ਦਾ। ਇਸ ਲੈਵਲ ਦੇ ਉੱਤੇ ਜਸਪਾਲ ਜੀ, ਜੇ ਆਈਲੈਟ ਸੈਂਟਰ, ਜੇ ਇਹ ਮੁਲਕ ਯੂਰਪੀਅਨ ਕੰਟਰੀਜ਼ ਜੇ ਇਦਾਂ ਕਰਦੇ ਆ ਹਾਂਜੀ ਤਾਂ ਮੇਰਾ ਖਿਆਲ ਆ ਵੀ ਇਹਦੀ ਸੱਟ ਤੇ ਫਿਰ ਪੰਜਾਬ ਦੇ ਵਿੱਚ, ਇਕੱਲਾ ਪੰਜਾਬ ਹੀ ਮੰਨ ਲਓ, ਨਾਰਥ ਇੰਡੀਆ ਮੰਨ ਲਓ, ਜ਼ਿਆਦਾ ਕਰਕੇ ਤਾਂ ਪੰਜਾਬ ਦੇ ਤਾਂ ਬਹੁਤ ਜਾ ਰਹੇ ਆ। ਲੱਖਾਂ ਹੀ ਨਹੀਂ, ਮੇਰਾ ਖਿਆਲ ਆ ਵੀ ਲੱਖਾਂ ਹੀ ਹੋਣਗੇ ਜਿਹੜੇ ਸੈਂਟਰ ਆ ਹਾਂਜੀ ਆਈਲੈਟਸ। ਜੇ ਬੰਦ ਹੁੰਦੇ ਆ ਤੇ ਇੱਕ ਆਈਲੈਟ ਸੈਂਟਰ 'ਚ 6 ਸੇ 8 ਟੀਚਰ ਹੈ, ਇਹਦਾ ਮਤਲਬ ਉਹ ਵੀ ਗਏ ਤੇ ਜਿਹੜੇ ਉਹਨਾਂ ਦੇ ਮਾਲਕ ਚਲਾਉਣ ਵਾਲੇ ਆ, ਲੱਖਾਂ ਕਰੋੜਾਂ ਰੁਪਇਆ ਲੱਗਾ ਜਾਂ ਲਗਾਇਆ, ਇਹਦਾ ਮਤਲਬ ਉਹਨਾਂ ਦਾ ਨੁਕਸਾਨ ਹੋਊਗਾ। ਹੋ ਸਕਦਾ ਜੀ, ਕੋਈ ਵੱਡੀ ਗੱਲ ਨਹੀਂ। ਹਾਂ, ਨੈਚੁਰਲੀ ਹੋ ਜਾਏਗਾ ਉਹਨਾਂ ਦਾ, ਤੇ ਉਹ ਕੰਮ ਧੰਦਾ ਫਿਰ ਕੋਈ ਹੋਰ ਹੀ ਲੱਭਣਗੇ। ਉਹ ਤਾਂ ਦੇਖੋ ਲਰਨਿੰਗ ਵਾਸਤੇ ਇਦਾਂ ਦੇ ਐਪ ਹੀ ਆ ਜਾਣੇ ਬਥੇਰੇ। ਹੁਣ ਜਿਹੜੇ ਮੋਬਾਈਲਾਂ ਤੇ ਲਰਨ ਕਰ ਲਿਆ ਕਰਨਾ ਬੱਚਿਆਂ ਨੂੰ, ਕਿਤੇ ਕਿਸੇ ਨੂੰ ਲੋੜ ਵੀ ਹੈ ਲੈਂਗੁਏਜ ਨੂੰ ਲਰਨ ਕਰਨ ਦੀ, ਤੇ ਉਹ ਐਪਸ ਦੇ ਥੋੜਾ ਲਰਨ ਗੁਜ਼ਾਰੇ ਜੋਗਾ ਕਰ ਲਿਆ ਕਰਨਾ, ਕਿਉਂਕਿ ਕੋਈ ਇਦਾਂ ਦਾ ਚੱਕਰ ਹੀ ਨਹੀਂ ਰਹਿ ਜਾਣਾ ਉਹਨਾਂ ਲਈ ਵੀ ਕਿਸੇ ਨੂੰ ਕੋਈ ਗੱਲ ਸਮਝਾਉਣੀ ਆ। ਹੁਣ ਮੰਨ ਲਓ ਕਿ ਤੁਸੀਂ ਇਟਾਲੀਅਨ ਹੀ ਤੁਹਾਨੂੰ ਆਉਂਦੀ ਨਹੀਂ ਹੈਗੀ, ਕਿਸੇ ਤੋਂ ਲੈਟਰ ਲਿਖਾਉਣ ਜਾਣਾ। ਪਹਿਲੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ, ਇਟਾਲੀਅਨ ਦੇ ਵਿੱਚ ਕੋਈ ਲੈਟਰ ਲਿਖਣਾ ਹੈ ਜਾਂ ਕੁਝ ਕਰਨਾ, ਕਿੰਨੇ ਪੈਸੇ ਦੇ ਕੇ ਟਰਾਂਸਲੇਟਰ ਤੋਂ ਉਹ ਜਿਹੜੇ ਹੈਗੇ ਉਹ ਕਰਵਾਉਂਦੇ ਹੁੰਦੇ ਸੀਗੇ। ਹੁਣ ਤਾਂ ਉਹ ਵੀ ਨਹੀਂ ਲੋੜ, ਇੰਗਲਿਸ਼ ਦੇ ਵਿੱਚ ਲੈਟਰ ਪਾਓ, ਉਹਦੇ ਵਿੱਚ ਗੂਗਲ ਦੇ ਇੱਕ ਪਾਸੇ ਦੂਜੇ ਬੰਨੇ ਉਹਨੂੰ ਕਹਿ ਦਿਓ ਕਨਵਰਟ ਟੂ ਇਟਾਲੀਅਨ, ਉਹ ਇਟਾਲੀਅਨ 'ਚ ਲੈਟਰ ਬਣਾ ਦਿੰਦਾ। ਜਸਪਾਲ ਜੀ, ਮੈਨੂੰ ਇੱਕ ਹੋਰ ਵੀ ਗੱਲ ਲੱਗਦੀ ਹੈ ਹਾਂਜੀ ਕਿ ਜੇ ਇਦਾਂ ਦੀ ਸਥਿਤੀ ਆ ਜਾਂਦੀ ਹੈ ਹਾਂਜੀ ਤੇ ਫਿਰ ਸਾਡੇ ਜਿਹੜੇ ਬੱਚੇ ਆ, ਮੇਰਾ ਖਿਆਲ ਦੁਬਾਰਾ ਇਸ ਭੇਡ ਚਾਲ ਤੋਂ ਹਟ ਕੇ ਹਾਂਜੀ ਫਿਰ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਰੁਖ ਕਰਨਗੇ, ਜਿਹੜੀਆਂ ਕਿ ਇਹ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਕਰੇਜ਼ ਤਾਂ ਹੈਗਾ ਹੀ ਆ ਨਾ ਬਾਹਰ ਜਾਣ ਦਾ। ਉਹ ਬਾਹਰਲੀ ਲਾਈਫ ਨੂੰ ਇੱਥੇ ਨਾਲੋਂ ਬਿਹਤਰ ਸਮਝਦੇ ਆ ਕਈ ਕਾਰਨਾਂ ਕਰਕੇ। ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਨੂੰ ਦੱਸਦੇ ਆ ਕਿ ਇੱਧਰਲੀ ਲਾਈਫ ਤੁਹਾਡੇ ਨਾਲੋਂ ਬਿਹਤਰ ਹੈ, ਕਿਸ ਤਰੀਕੇ ਦੇ ਨਾਲ ਬਿਹਤਰ ਹੈ, ਤਾਂ ਹੀ ਕਰਕੇ ਤੇ ਮਾਈਗ੍ਰੇਟ ਹੋ ਰਹੇ ਨੇ ਉੱਧਰ ਨੂੰ। ਫਿਰ ਉਹਨਾਂ ਦੇ ਅੰਦਰ ਕੋਈ ਇਹੋ ਜਿਹੀ ਜਿਹੜੀ ਹੈਗੀ ਹੈ ਸਪਿਰਿਟ ਤਾਂ ਪਾਈ ਨਹੀਂ ਜਾ ਰਹੀ ਕਿ ਉਹ ਇੰਟਰਪ੍ਰੀਨਿਓਰ ਵਧੀਆ ਬਣ ਸਕਣ ਇੱਧਰ ਔਰ ਵਧੀਆ ਕਮਾਈ ਕਰ ਸਕਣ, ਜਾਂ ਉਹਨਾਂ ਨੂੰ ਕੁਝ ਐਦਾਂ ਦਾ ਨੌਲੇਜ ਪ੍ਰਾਪਤ ਹੋਵੇ ਵੀ ਜਿਹਦੇ ਵਿੱਚ ਉਹ ਕਹਿਣ ਕਿ ਮੈਂ ਇੱਥੇ ਹੀ ਸੈਟਲ ਹੋ ਕੇ ਪੰਜਾਬ ਦੇ ਵਿੱਚ ਹੀ ਔਰ ਵਧੀਆ ਅਰਨਿੰਗ ਕਰ ਸਕਦਾ ਹੈਗਾ ਕੰਪੈਰੀਟਿਵ ਟੂ ਦੀ ਅਦਰ, ਜਿੱਦਾਂ ਕੈਨੇਡਾ ਜਾਣ ਨਾਲੋਂ ਜਾਂ ਅਮਰੀਕਾ ਜਾਣ ਨਾਲੋਂ ਇੱਥੇ ਜ਼ਿਆਦਾ ਵਧੀਆ ਕਮਾਈ ਕਰ ਸਕਦਾ। ਉਹ ਇੱਕ ਇਸ਼ੂ ਜਿਹੜਾ ਉਹਦੇ ਵਾਸਤੇ ਤਾਂ ਸਾਡੀ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਕਈ ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣੇ ਆ। ਜਿਹੜਾ ਇਸ ਵੇਲੇ ਪ੍ਰਬੰਧ ਸਿਸਟਮ ਇਹਨਾਂ ਦਾ ਚੱਲ ਰਿਹਾ ਹੈਗਾ ਐਂਟਰਪ੍ਰੇਨਿਓਰਸ਼ਿਪ ਬਣਾਉਣ ਦਾ, ਮੇਰੇ ਹਿਸਾਬ ਨਾਲ ਉਹ ਨਾ ਕਾਫੀ ਹੈ। ਇਸੇ ਕਰਕੇ ਬੱਚਿਆਂ ਦੇ ਵਿੱਚ ਕਰੇਜ਼ ਜਿਹੜਾ ਬਾਹਰਲਾ ਜ਼ਿਆਦਾ ਬਣਦਾ ਪਿਆ ਆ। ਹੋਰ ਵੀ ਕਈ ਕਾਰਨ ਉਹਦੇ ਪਿੱਛੇ ਹੁੰਦੇ ਆ, ਜੋ ਕਿ ਇੱਕ ਬਿਲਕੁਲ ਬੱਚਿਆਂ ਨੂੰ ਤਾਂ ਨੌਲੇਜ ਹੀ ਨਹੀਂ ਇਸ ਗੱਲ ਦਾ। 17-18 ਸਾਲ ਦੇ ਬੱਚੇ ਬਸ ਇੱਕੋ ਹੀ ਆਪਣੇ ਮਨ ਦੇ ਵਿੱਚ ਇੱਛਾ ਲੈ ਕੇ ਤੁਰੇ ਹੋਏ ਆ। ਉਹਨਾਂ ਨੂੰ ਕੀ ਪਤਾ ਕਿ ਅੱਗੇ ਭਵਿੱਖ ਉਹਨਾਂ ਦਾ ਜਾਂ ਉਹਨਾਂ ਦੇ ਦੇਸ਼ ਦਾ ਕੀ ਆ। ਤੇ ਇਹਦੇ ਤੋਂ ਇਲਾਵਾ ਫਿਰ ਜਸਪਾਲ ਜੀ, ਜਿਹੜੇ ਬੱਚੇ ਆ ਜੀ ਇਧਰੋਂ ਗੈਪ ਪੈਂਦਾ ਆ, ਤੇ ਕੀ ਇੱਧਰ ਵੀ ਉਹਨਾਂ ਦਾ ਕੋਈ ਫਿਰ ਭਵਿੱਖ ਜਿਹੜਾ ਜਾਂ ਮੈਰਿਟ ਦਾ ਕ੍ਰਾਈਟੇਰੀਆ ਯੂਰਪੀਅਨ ਕੰਟਰੀ, ਹਾਂਜੀ, ਉਹ ਕੀ ਰੱਖਣਗੇ? ਹੁਣ ਤਾਂ ਚਲੋ ਕਹਿਤਾ ਜੀ, ਉਹ ਜਿਹਦੇ 7 ਬੈਂਡ ਆ ਉਹ ਪਹਿਲਾਂ ਅੱਗੇ ਆ ਜੇ, 8 ਵਾਲਾ ਵੀ ਆ ਜਾਵੇ, ਜਿਹੜਾ 5 ਚਲੋ ਰਹਿ ਗਿਆ, 4 ਵਾਲਾ ਰਹਿ ਗਿਆ, ਤੇ ਫਿਰ ਮੈਰਿਟ ਦਾ ਕ੍ਰਾਈਟੇਰੀਆ ਹੋਰ ਕਿਹੜੇ ਚੱਕਰ ਇਹ ਹੋ ਜਾਂਦਾ, ਮੈਂ ਸਮਝਦਾ ਨਹੀਂ, ਉਹਦੇ ਵਿੱਚ 2-3 ਕਾਰਨ ਹੋ ਜਾਂਦੇ ਆ। ਕਾਰਨ ਇੱਕ ਤਾਂ ਇਹ ਹੋ ਜਾਂਦਾ ਕਿ ਕਈ ਵਾਰੀ ਫੋਰਨ ਦੀਆਂ ਕੰਟਰੀਆਂ ਕਹਿੰਦੀਆਂ ਯਾਰ ਜੇ ਅਸੀਂ ਆਹ ਕੰਡੀਸ਼ਨ ਜੇ ਚੱਕ ਦਿੱਤੀ ਤੇ ਤਾਂ ਸਾਰਿਆਂ ਨੇ ਇੱਧਰ ਆ ਜਾਣਾ। ਉਹੀ ਮੈਂ ਗੱਲ ਕਰ ਰਿਹਾ। ਉਹਦੇ ਲਈ ਕੋਈ ਨਾ ਕੋਈ ਹੋਰ ਨਵਾਂ ਪਲਾਨ ਕਰ ਲੈਣਗੇ ਵੀ ਚਲੋ ਜਨਰਲ ਨੌਲੇਜ ਦੇ ਟੈਸਟ ਜਾਂ ਕੋਈ ਹੋਰ ਕਈ ਪ੍ਰਕਾਰ ਦੇ ਟੈਸਟ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇੰਟੈਲੀਜੈਂਸ ਦੀ ਚੈੱਕਅਪ ਕਰਨਾ ਜਾਂ ਕੁਛ ਇੱਦਾਂ ਦਾ ਰੱਖਣਗੇ ਫੋਰਨ ਦੀਆਂ ਕੰਟਰੀਜ਼। ਬਾਕੀ ਉਹਨਾਂ 'ਤੇ ਡਿਪੈਂਡ ਕਰਦਾ। ਕਈ ਕੰਟਰੀਆਂ ਤਾਂ ਮੈਂ ਹੁਣ ਵੀ ਸੁਣਿਆ ਕਿ ਬਿਨਾਂ ਆਇਲਸ ਤੋਂ ਬੜੀਆਂ ਐਡਾਂ ਉੱਡਾਂ ਜਿਹੀਆਂ ਆਉਂਦੀਆਂ, ਪਤਾ ਨਹੀਂ ਝੂਠੀਆਂ ਕਿ ਸੱਚੀਆਂ ਮੈਨੂੰ ਨਹੀਂ ਪਤਾ, ਵੀ ਬਿਨਾਂ ਆਇਲਸ ਤੋਂ ਤੁਸੀਂ ਜਾ ਸਕਦੇ ਫਲਾਣੇ ਦੇਸ਼, ਕੈਨੇਡਾ ਜਾ ਸਕਦੇ ਆ, UK ਜਾ ਸਕਦੇ। ਮੈਨੂੰ ਇਹਦੇ ਬਾਰੇ ਪੂਰਾ ਜਿਹੜਾ ਹੈਗਾ ਨੌਲੇਜ ਨਹੀਂ ਹੈ ਇਮੀਗ੍ਰੇਸ਼ਨ ਲਾ ਬਾਰੇ, ਬਟ ਉਹ ਮੈਂ ਸੁਣਿਆ ਹੈ ਐਡਸ ਤੋਂ, ਕਈ ਐਡਾਂ ਵਗੈਰਾ ਇੱਦਾਂ ਦੀਆਂ ਦੇਖਦਾ, ਝੂਠੀਆਂ ਕਿ ਸੱਚੀਆਂ ਮੈਨੂੰ ਨਹੀਂ ਇਹਦੇ ਬਾਰੇ ਪਤਾ। ਬਾਕੀ ਦੇਖੋ ਅੱਗੇ ਭਵਿੱਖ ਦੇ ਵਿੱਚ ਜਦੋਂ ਕੋਈ ਵੱਡਾ ਸਟੈਪ ਲਊਗੀਆਂ ਬਾਹਰਲੀਆਂ ਕੰਟਰੀਆਂ ਉਦੋਂ ਹੀ ਪਤਾ ਚੱਲੇਗਾ। ਜੇ ਜਸਪਾਲ ਜੀ ਜਿੱਦਾਂ ਹੁਣ ਚਾਰਟ GPT ਤੁਸੀਂ ਦੱਸਿਆ ਜਾਂ GPT ਦੱਸਿਆ ਜਾਂ ਓਪਨ AI ਟੂਲ ਹੈਗੇ ਆ, ਹਾਂਜੀ ਹਾਂਜੀ, ਇਹਨਾਂ ਨੇ ਨੋ ਡਾਊਟ ਬੜਾ ਕੁਝ ਸੌਖਾ ਕਰ ਦਿੱਤਾ ਹੈ। ਈਵਨ ਯੂ ਇਫ ਯੂ ਵਿਲ ਆਸਕ ਅ ਕੁਐਸਚਨ ਹਾਂਜੀ ਟੂ ਦਾ ਦੈਟ ਸੌਫਟਵੇਅਰ, ਹਾਂਜੀ, ਕਿ what should I do about if I want to learn, ਹਾਂ,
anything else. ਬਿਲਕੁਲ And ਬਿਲਕੁਲ what is biology, what is chemistry, what is ਸਾਰਾ ਕੁਛ, and ਬਿਲਕੁਲ। so on. ਹਾਂਜੀ। And they can easily, ਹਾਂ। software can easily ਹਾਂਜੀ ਹਾਂਜੀ give a response and within seconds. ਹਾਂ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਸੀਂ ਕੀ ਸੋਚਦੇ ਹੋ ਵੀ ਜਿਹੜੇ ਬੱਚੇ ਆ ਉਹ ਜੇ ਉਧਰ ਬਾਹਰ ਦੀ ਸ਼ਰਤ ਜਦੋਂ ਲੱਗਦੀ ਆ ਹਾਂਜੀ ਉਹ ਤਾਂ ਚਲੋ ਬਾਹਰ ਦੀਆਂ ਗੱਲਾਂ, ਹਾਂ ਤੇ ਹੁਣ ਵੀ ਤਾਂ ਉਹ ਸੱਟ ਮਾਰਨਗੇ ਆਈਲੈਟ ਸੈਂਟਰਾਂ ਨੂੰ, ਲੋੜ ਨਹੀਂ ਆ। ਜਿਹੜੇ ਥੋੜੇ ਬਹੁਤੇ ਬੱਚੇ ਥੋੜੇ ਜਿਹੇ ਹੁਸ਼ਿਆਰ ਆ, ਮਾੜੇ ਮੋਟੇ ਮੈਰਿਟ 'ਚ ਆ ਜਾਂਦੇ ਆ, ਹਾਂਜੀ ਉਹ ਫਿਰ ਘਰ ਲੈਪਟਾਪ ਦੇ ਉੱਤੇ ਹੀ ਉਹਨਾਂ ਦੇ ਖਰਚੇ ਕਿਤਾਬਾਂ ਦੇ ਵੀ ਬਚਣਗੇ, ਤਾਂ ਉਹ ਕਹਿਣਗੇ ਕਿ ਅਸੀਂ ਟੈਸਟ 'ਚ ਸਿੱਧੇ ਹੀ ਜਾਂਦੇ ਆ, ਅਸੀਂ ਆਈਲੈਟ ਸੈਂਟਰ ਦੀ ਫੀਸ ਕਿਉਂ ਭਰੀਏ ਜਦੋਂ ਇਹ ਜਿਹੜੇ ਓਪਨ AI ਆ ਜਾਂ ਆਪਣੇ ਚਾਰਟ GPT ਹੈਗੇ, ਜਦੋਂ ਉਹੀ ਸਾਰੇ ਸਵਾਲ ਜਵਾਬ ਜੋ ਵੀ ਪੁੱਛਦੇ ਆ ਸਿਲੇਬਸ ਦੇ ਵਾਈਜ਼ ਹਾਂਜੀ ਤਾਂ ਉਹ ਦੇਈ ਜਾਂਦੇ ਆ। ਤੇ ਇਹਦਾ ਮਤਲਬ ਸੱਟ ਤਾਂ ਫਿਰ ਹੁਣ ਤੋਂ ਹੀ ਵੱਜਣੀ ਸ਼ੁਰੂ ਹੋ ਜਾਏਗੀ। ਸਰ ਇਦਾਂ ਹੁੰਦਾ ਕਿ ਐਜੂਕੇਸ਼ਨ ਦੇ ਵਿੱਚ ਪ੍ਰੈਪਰੇਸ਼ਨ ਦੇ ਲਈ ਮੋਰੇ ਜਿਹੜੇ ਸਾਰੇ ਬੱਚੇ ਜਿਹੜੇ ਹੈਗੇ ਉਸ ਸਥਿਤੀ ਦੇ ਵਿੱਚ ਨਹੀਂ ਹੁੰਦੇ। ਜਿਹੜੇ ਹੁਸ਼ਿਆਰ ਆ ਉਹ ਤਾਂ ਇਦਾਂ ਦਾ ਕੁਝ ਕਰ ਲੈਣਗੇ, ਸਟੈਪ ਲੈ ਲੈਣਗੇ, ਪਰ ਕਈ ਬੱਚੇ ਜਿਹੜੇ ਹੈਗੇ ਆ ਮੀਡੀਅਮ ਜਿਹਾ ਟਾਈਪ ਦੇ ਹੁੰਦੇ ਹੈਗੇ ਨੇ, ਜਿਨ੍ਹਾਂ ਨੂੰ ਇੱਕ ਮੋਹਰੇ ਕੋਈ ਦਬਕੇ ਮਾਰਨ ਵਾਲਾ ਵੀ ਚਾਹੀਦਾ ਹੁੰਦਾ ਜਾਂ ਕੋਈ ਤਰੀਕੇ ਦੇ ਨਾਲ ਪੜ੍ਹਾਉਣ ਵਾਲਾ, ਜਿੱਦਾਂ ਪੁਰਾਣਾ ਸਿਸਟਮ ਸਾਡਾ ਹੁੰਦਾ ਹੀ ਸੀਗਾ ਪੰਜਾਬ ਦੇ ਵਿੱਚ, ਤਾਂ ਮੈਂ ਦੇਖਿਆ ਵੀ ਆ ਔਰ ਹੰਢਾਇਆ ਵੀ ਹੈਗਾ ਆ ਕਿ ਦਬਕੇ ਤੋਂ ਬਿਨਾ ਬੱਚਾ ਚੱਲਦਾ ਨਹੀਂ। ਔਰ ਏਜ ਵੀ ਤਕਰੀਬਨ ਉਹਨਾਂ ਦੀ ਉਹੀ ਹੁੰਦੀ ਹੈਗੀ ਦਬਕੇ ਦੁਬਕੇ ਖਾਣ ਵਾਲੀ, ਜਾਂ ਕਿ ਸਾਰੇ ਜਾਣੇ ਜਿਹੜੇ ਹੈਗੇ ਇੱਕੋ ਤਰ੍ਹਾਂ ਦੇ ਸਿੰਸੀਅਰ ਨਹੀਂ ਹੁੰਦੇ ਕਿ ਸਮਝ ਲੈਣਗੇ। ਇਹ ਤਾਂ ਚਲੋ ਸੋਸ਼ਲ ਇਸ਼ੂ ਵੀ ਹੋ ਗਿਆ ਕਿ ਕਿਉਂਕਿ ਜੋ ਟੀਚਰ ਪੜ੍ਹਾ ਦੇਗਾ, ਕਿਉਂਕਿ ਇਹਦੇ ਵਿੱਚ ਸਰ ਇਦਾਂ ਹੁੰਦੀ ਹੈ ਨਾ ਵੀ ਇਹਦੇ ਵਿੱਚ ਕਾਉਂਸਲਿੰਗ ਜਿਹੜੀ ਬੱਚਿਆਂ ਦੀ ਉਹ ਨਹੀਂ ਹੋ ਰਹੀ, ਕੋਈ ਬੱਚਿਆਂ ਦੀ ਕਾਉਂਸਲਿੰਗ ਨਹੀਂ ਹੁੰਦੀ। ਸਕੂਲਾਂ ਵਿੱਚ ਕਿਹੜੀ ਕਾਉਂਸਲਿੰਗ ਹੁੰਦੀ ਹੈਗੀ? ਕੋਈ ਇਦਾਂ ਦਾ ਕੋਈ ਇਹਨਾਂ ਨੇ ਐਕਸਪਰਟ ਥੋੜ੍ਹਾ ਰੱਖੇ ਹੋਏ ਆ ਕਿ ਜਾ ਕੇ ਬੱਚਿਆਂ ਨੂੰ ਸਮਝਾ ਸਕਣ। ਸਕੂਲਾਂ ਵਿੱਚ ਅੰਗਰੇਜ਼ੀ ਸਕੂਲਾਂ 'ਚ ਜਿੰਨੇ ਵੀ ICSE ਦੇ ਆ ਜਾਂ ਜਿਹੜੇ ਹੈਗੇ ਨੇ ਆਹ CBSE ਪੈਟਰਨ ਦੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਦਰ ਕੋਈ ਕਾਉਂਸਲਰ ਬਾਰੇ ਤਾਂ ਮੈਂ ਕਦੀ ਕਿਤੇ ਸੁਣਿਆ ਵੀ ਨਹੀਂ ਵੀ ਕਿਸੇ ਬੱਚਿਆਂ ਦੀ ਕਿਤੇ ਕਾਉਂਸਲਿੰਗ ਹੋਈ ਹੋਏਗੀ। ਉਹਨਾਂ ਦੇ ਬੱਚੇ ਦਾ ਦੇਖਿਆ ਹੋਏਗਾ ਕਿ ਉਹਦਾ ਕਿੱਧਰ ਨੂੰ ਝੁਕਾਅ ਹੈਗਾ ਆ, ਔਰ ਉਹਨੂੰ ਉਸ ਹਿਸਾਬ ਦੇ ਨਾਲ ਸਬਜੈਕਟ ਸਿਲੈਕਟ ਕੀਤੇ ਜਾਣ ਉਹਦੇ, ਠੀਕ ਹੈ ਨਾ। ਫਿਰ ਉਹਦੇ ਪੇਰੈਂਟਸ ਦੇ ਨਾਲ ਮੀਟਿੰਗ ਕੀਤੀ ਜਾਵੇ ਕਿ ਉਹਦੇ ਪੇਰੈਂਟਸ ਜਿਹੜੇ ਹੈਗੇ ਆ ਕਿਸ ਜਿਹੜੀ ਹੈਗੀ ਆ ਕੈਟਾਗਰੀ ਦੇ ਨਾਲ ਸੰਬੰਧਿਤ ਹੈਗੇ, ਭਾਵ ਕਿ ਐਂਟਰਪ੍ਰੈਨਿਓਰਸ਼ਿਪ ਦੇ ਵਿੱਚ, ਜਾਂ ਮੈਂ ਕੈਟਾਗਰੀ ਤੋਂ ਭਾਵ ਕਹਿ ਰਿਹਾ ਹੈਗਾ ਕਿ ਉਹ ਕਿਸ ਕਿੱਤੇ ਨਾਲ ਸੰਬੰਧਿਤ ਨੇ, ਠੀਕ ਹੈ ਨਾ ਜੀ। ਜੇ ਉਸ ਕਿੱਤੇ ਤੋਂ ਹਟ ਕੇ ਬੱਚੇ ਇੰਟਰਸਟ ਲੈ ਰਿਹਾ ਤੇ ਕੀ ਉਹਦੇ ਵਿੱਚ ਉਨੀ ਇੰਟੈਲੀਜੈਂਸ ਹੈਗੀ ਆ, ਫਿਰ ਉਹਨੂੰ ਕੋਈ ਗਾਈਡ ਕਰਨ ਵਾਲਾ ਹੋਵੇ। ਇੱਦਾਂ ਦਾ ਕੋਈ ਸਿਸਟਮ ਨਹੀਂ ਹੈ। ਜੇ ਇੱਦਾਂ ਦਾ ਸਿਸਟਮ ਆਵੇ ਤਾਂ ਹੋ ਸਕਦਾ ਕਿ ਬੱਚਿਆਂ ਦੇ ਵਿੱਚ ਇੱਥੇ ਹੀ ਰਹਿ ਕੇ ਕੋਈ ਇਹੋ ਜਿਹੀ ਸਟੱਡੀ ਕਰਕੇ ਤੇ ਵਧੀਆ ਐਂਟਰਪ੍ਰੈਨਿਓਰਸ਼ਿਪ ਅਪਣਾਉਣ ਦੀ ਜਿਹੜੀ ਹੈਗੀ ਆ ਇੱਛਾ ਪੈਦਾ ਹੋਵੇ। ਉਹ ਸਾਰੇ ਤਕਰੀਬਨ ਇੱਕੋ ਹੀ ਤਰੀਕਾ ਹੁੰਦਾ ਕਿ ਪਾਪਾ ਜੇ ਪੈਸੇ ਹੈ ਨਹੀਂ ਕਿ ਤਾਂ ਇੰਨੇ ਪੈਸੇ ਜਿਹੜੇ ਹੈਗੇ ਆ ਬੈਂਕ ਤੋਂ ਲੋਨ ਮਿਲ ਜਾਂਦਾ। ਬੈਂਕਾਂ ਵੀ ਸ਼ਰੇਆਮ ਲੋਨ ਦੇ ਰਹੀਆਂ ਬਾਹਰ ਜਾਣ ਵਾਸਤੇ, ਤੇ ਅੱਗੇ ਕੀ ਭਵਿੱਖ ਹੈਗਾ ਉਹਦੇ ਬਾਰੇ ਤਾਂ ਤੁਸੀਂ ਆਪ ਜਾਣਦੇ ਹੀ ਹੋ। ਇਸ ਵੇਲੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬੱਚਿਆਂ ਦੇ ਨਾਲ ਜੋ ਹੋ ਰਿਹਾ ਹੈਗਾ। ਚਲੋ ਆਕਲ ਜੀ, ਜਸਪਾਲ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਗੱਲ ਤਾਂ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਤੇਜ਼ੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਪੂਰੇ ਵਰਲਡ ਦੇ ਵਿੱਚ, ਪੂਰੇ ਦੇਸ਼ 'ਚ, ਪੰਜਾਬ 'ਚ, ਜਿੱਥੇ ਮਰਜ਼ੀ ਕਹਿ ਲਓ, ਉਹਨੂੰ ਬੜੇ ਸਪੀਡ ਨਾਲ ਕਵਰ ਅਪ ਕਰ ਰਹੀ ਆ, ਔਰ ਮੈਨ ਪਾਵਰ ਨੂੰ ਤਾਂ ਉਹ ਖਤਮ ਕਰੇ ਪੂਰੇ ਵਰਲਡ ਦੇ ਵਿੱਚ ਹੀ। ਹਾਂ ਯੈਸ, ਜਿਸ ਤਰ੍ਹਾਂ ਉਹ ਜਿਹੜਾ ਪਿਛਲਾ ਯੁੱਗ ਸੀਗਾ ਜਿਹਨੂੰ ਆਪਾਂ ਕਹਿੰਦੇ ਕਿ ਇੰਡਸਟਰੀਅਲ ਯੁੱਗ ਆ ਗਿਆ ਜੀ, ਤੇ ਪੋਸਟ ਆ ਗਿਆ, ਪੋਸਟ ਮਾਡਰਨਿਜ਼ਮ ਆ ਗਿਆ। ਇਹ ਤਾਂ ਹੁਣ ਟ੍ਰਿਪਲ ਪੋਸਟ ਮਾਡਰਨਾਈਜੇਸ਼ਨ ਹੀ ਸਪੀਡ ਨਾਲ ਟੈਕਨੋਲੋਜੀ ਕਰ ਰਹੀ ਹੈ। ਔਰ ਜੋ ਜਸਪਾਲ ਜੀ ਤੋਂ ਗੱਲਾਂ ਪਤਾ ਲੱਗਾ, ਔਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੀ ਹੈ, ਜਿੱਦਾਂ 5GB 6GB ਜਿੱਦਾਂ ਉਹ ਜੇ ਹੋ ਰਹੀ ਹੈ ਸਪੀਡ, ਇੰਟਰਨੈਟ ਦੀ ਸਪੀਡ ਕਾਫੀ ਵਧੀ ਜਾ ਰਹੀ ਹੈ ਟਾਈਮ ਦੇ ਨਾਲ, ਟੈਕਨੋਲੋਜੀ ਹੋਰ ਐਡਵਾਂਸ ਹੋ ਰਹੀ ਹੈ। ਔਰ ਇਹਦੇ ਨਾਲ ਇੱਕ ਵਧੀਆ ਗੱਲ ਵੀ ਆ ਕਿ ਚਲੋ ਬੱਚਿਆਂ ਨੂੰ ਬਿਨਾਂ ਵਜ੍ਹਾ ਜਿਹੜੀ ਸਿਰ ਖਪਾਈ ਆ ਕਿ ਬਿੰਦੀ ਟਿੱਪੀ ਪਾ ਲਓ, ਲੈਂਗੁਏਜ ਦੂਜਾ ਲੈਂਗੁਏਜ ਨੂੰ ਕੁਆਲੀਫਿਕੇਸ਼ਨ ਮੰਨੀ ਜਾਂਦੇ ਆ। ਹਾਂ, ਔਰ ਉਹ ਇੱਥੋਂ ਤੱਕ ਕਿ ਬੱਚੇ ਜਿਹੜੇ ਪੁਰਾਣੇ ਸੀ ਜਿਨ੍ਹਾਂ ਨੂੰ ਕਿ 5ਵੀਂ ਤੱਕ ਮਦਰ ਟੰਗ 'ਚ ਹੀ ਪੜ੍ਹਾਉਣਾ ਚਾਹੀਦਾ ਸੀ, ਉਹ ਵੀ ਇਹਨਾਂ ਨੇ ਇੰਗਲਿਸ਼ ਸਕੂਲਾਂ 'ਚ ਚੱਕ ਕੇ ਅੰਗਰੇਜ਼ੀ ਬਸ ਉਹਨੇ ਸਿਰ ਖਪਾਈ ਕੀਤੀ ਉਹ ਵਿਚਾਰਿਆਂ ਦੀ। ਹਾਂ, ਸਿਰ ਖਪਾਈ ਕੀਤੀ ਹੈ ਵੀ ਉਹ ਵੀ ਅੱਗੇ ਜਾ ਕੇ ਤੇ ਚਲੋ ਬਾਹਰ ਜਾਣ ਦੇ ਲਈ ਥੋੜੀ ਲੈਂਗੁਏਜ ਭਾਈ ਠੀਕ ਕਰ ਲਓ। ਔਰ ਬੱਚਿਆਂ ਦੇ ਜਿਹੜੇ ਬੌਧਿਕ ਵਿਕਾਸ ਆ ਉਹ ਵੀ ਪ੍ਰੋਪਰ ਤਰ੍ਹਾਂ ਨਾਲ ਨਹੀਂ ਹੋ ਰਿਹਾ ਸੀ। ਤੇ ਜੇ ਇਸ ਤਰ੍ਹਾਂ ਹੁੰਦਾ ਹੈ ਤੇ ਭਾਈ ਮੇਰਾ ਖਿਆਲ ਹੈ ਕਿ ਆਈਲੈਟਸ ਸੈਂਟਰ ਜਾਂ ਟੋਫਲ ਸੈਂਟਰ ਜਿਹੜੇ PTER ਵਗੈਰਾ ਜੋ ਵੀ ਖੁੱਲ੍ਹੇ ਆ, ਮੇਰਾ ਖਿਆਲ ਹੈ ਵੀ ਇਹਨਾਂ ਦੇ ਦਿਨ ਤਾਂ ਹੁਣ ਥੋੜ੍ਹੇ ਹੀ ਰਹਿ ਗਏ ਆ।